ਹੈਲੋ ਐਵਰੀਵਨ, ਕਿਵੇਂ ਹੋ ਬੱਚੇ? ਸਾਰੇ ਠੀਕ ਠਾਕ ਹੋ? ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਵੋਗੇ। ਸੋ ਬੱਚੇ, ਅੱਜ ਅਸੀਂ ਜੋ ਵਿਸ਼ਾ ਪੜ੍ਹਨ ਜਾ ਰਹੇ ਹਾਂ ਉਹ ਹੈ ਸਾਡਾ 8ਵੀਂ ਕਲਾਸ ਦਾ ਵਿਗਿਆਨ ਦਾ ਵਿਸ਼ਾ, ਜਿਹਦੇ ਵਿੱਚ ਪਾਠ 1 ਹੈ ਫਸਲ ਉਤਪਾਦਨ ਅਤੇ ਪ੍ਰਬੰਧਨ, ਅਤੇ ਉਸ ਦੇ ਵਿੱਚ ਇੱਕ ਸਬ ਟੌਪਿਕ ਹੈ ਰੂੜੀ ਖਾਦ ਅਤੇ ਰਸਾਇਣਿਕ ਖਾਦ ਦੇ ਵਿੱਚ ਅੰਤਰ। ਸੋ ਬੱਚੇ, ਅੱਜ ਅਸੀਂ ਪੜ੍ਹਾਂਗੇ ਰਸਾਇਣਿਕ ਖਾਦ ਅਤੇ ਰੂੜੀ ਖਾਦ ਦੇ ਵਿੱਚ ਅੰਤਰ। ਰਸਾਇਣਿਕ ਖਾਦ ਅਤੇ ਰੂੜੀ ਖਾਦ ਦੇ ਵਿੱਚ ਅੰਤਰ ਅਸੀਂ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਦੇਖੋ, ਰਸਾਇਣਿਕ ਖਾਦਾਂ ਇਹ ਹੁੰਦੀਆਂ ਨੇ ਜੋ ਸਾਨੂੰ ਮੋਸਟਲੀ ਮਾਰਕੀਟ ਦੇ ਵਿੱਚੋਂ ਪੈਕ ਹੋਈਆਂ ਮਿਲਦੀਆਂ ਨੇ। ਕਿਸੇ ਬੈਗ ਦੇ ਵਿੱਚ ਪੈਕ ਹੁੰਦੀਆਂ ਨੇ, ਕਿਸੇ ਪਟਸਨ ਬੈਗ ਦੇ ਵਿੱਚ ਪੈਕ ਹੁੰਦੀਆਂ ਨੇ, ਜਾਂ ਕਿਸੇ ਪੋਲੀ ਬੈਗ ਦੇ ਵਿੱਚ ਪੈਕ ਹੁੰਦੀਆਂ ਨੇ। ਅਤੇ ਜੋ ਰੂੜੀ ਖਾਦਾਂ ਹੁੰਦੀਆਂ ਨੇ ਉਹ ਸਾਨੂੰ ਇੱਦਾਂ ਆਪਣੇ ਘਰਾਂ ਦੇ ਬਾਹਰ ਜੋ ਪਸ਼ੂਆਂ ਦੇ ਵੇਸਟ ਹੁੰਦੇ ਨੇ ਉਹਨਾਂ ਤੋਂ ਮਿਲ ਜਾਂਦੀਆਂ ਨੇ, ਜਾਂ ਜੋ ਵਰਮੀ ਕੰਪੋਸਟ ਬਣਾਈ ਹੁੰਦੀ ਹੈ, ਮਿੱਟੀ ਦੇ ਵਿੱਚ ਛੋਟੇ ਛੋਟੇ ਗੰਡੋਏ ਛੱਡੇ ਹੁੰਦੇ ਨੇ, ਉਹਦੇ ਨਾਲ ਵੀ ਰੂੜੀ ਖਾਦ ਬਣ ਜਾਂਦੀ ਹੈ। ਸੋ ਬੱਚੇ, ਰਸਾਇਣਿਕ ਖਾਦ ਅਤੇ ਰੂੜੀ ਖਾਦ ਦੇ ਵਿੱਚ ਡਿਫਰੈਂਸ ਜੋ ਇਹਨਾਂ ਦੇ ਵਿੱਚ ਅੰਤਰ ਨੇ ਇਹੋ ਅਸੀਂ ਡਿਟੇਲ ਦੇ ਵਿੱਚ ਇੱਕ ਇੱਕ ਕਰਕੇ ਡਿਸਕਸ ਕਰਾਂਗੇ। ਸੋ ਤੁਹਾਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਸਾਰੇ ਡਿਫਰੈਂਸ ਤੁਹਾਨੂੰ ਰਿਟਨ ਦੇ ਵਿੱਚ ਮਿਲ ਜਾਣਗੇ, ਅਤੇ ਨਾਲ ਹੀ ਤੁਹਾਨੂੰ ਫੋਟੋਜ਼ ਦੇ ਨਾਲ ਕਲੀਅਰ ਹੋ ਜਾਏਗਾ ਕਿ ਕਿਹੜੇ ਪੁਆਇੰਟ ਨੂੰ ਅਸੀਂ ਕਿਵੇਂ ਐਕਸਪਲੇਨ ਕਰ ਸਕਦੇ ਹਾਂ। ਸੋ ਦੇਖੋ, ਸਭ ਤੋਂ ਪਹਿਲਾ ਜੋ ਪੁਆਇੰਟ ਹੈ, ਠੀਕ ਹੈ, ਸਭ ਤੋਂ ਪਹਿਲਾ ਪੁਆਇੰਟ ਹੈ, ਕਹਿੰਦੇ ਰਸਾਇਣਿਕ ਖਾਦਾਂ ਅਜੈਵਿਕ ਹੁੰਦੀਆਂ ਹਨ। ਠੀਕ ਹੈ, ਅਜੈਵਿਕ ਮਤਲਬ ਜੀਵਤ ਨਹੀਂ ਹੁੰਦੀਆਂ, ਜੀਵਤ ਚੀਜ਼ਾਂ ਤੋਂ ਨਹੀਂ ਬਣਦੀਆਂ। ਸੋ ਜੋ ਰਸਾਇਣਿਕ ਖਾਦਾਂ ਨੇ ਉਹ ਜੀਵਤ ਬਿਲਕੁਲ ਨਹੀਂ ਹੁੰਦੀਆਂ, ਬਿਲਕੁਲ ਵੀ ਜੀਵਤ ਚੀਜ਼ਾਂ ਤੋਂ ਨਹੀਂ ਬਣਦੀਆਂ। ਇਹ ਕਿੱਥੋਂ ਬਣਦੀਆਂ ਨੇ? ਰਸਾਇਣਾਂ ਤੋਂ। ਠੀਕ ਹੈ, ਇਹ ਅਸੀਂ ਆਪਣਾ ਅਗਲਾ ਪੁਆਇੰਟ ਡਿਸਕਸ ਕਰਾਂਗੇ। ਸੋ ਜੋ ਪਹਿਲਾ ਪੁਆਇੰਟ ਹੈ ਰਸਾਇਣਿਕ ਖਾਦਾਂ ਦਾ ਉਹ ਹੈ ਕਿ ਰਸਾਇਣਿਕ ਖਾਦਾਂ ਅਜੈਵਿਕ ਜਾਂ ਅਕਾਰਬਨਿਕ ਹੁੰਦੀਆਂ ਹਨ। ਸੋ ਰੂੜੀ ਖਾਦਾਂ ਜੋ ਹੁੰਦੀਆਂ ਨੇ ਉਹ ਜੈਵਿਕ ਹੁੰਦੀਆਂ ਨੇ, ਜਿਵੇਂ ਸਾਨੂੰ ਕਲੀਅਰ ਹੋ ਰਿਹਾ ਹੈ ਕਿ ਗੰਡੋਇਆਂ ਤੋਂ ਬਣੀਆਂ ਹੋਈਆਂ ਨੇ। ਠੀਕ ਹੈ, ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਰੂੜੀ ਖਾਦਾਂ ਬਣ ਸਕਦੀਆਂ ਨੇ ਇਹ ਵੀ ਅਸੀਂ ਅਗਲੇ ਪੁਆਇੰਟਸ ਦੇ ਵਿੱਚ ਡਿਸਕਸ ਕਰਾਂਗੇ। ਸੋ ਜੇਕਰ ਅਸੀਂ ਰੂੜੀ ਖਾਦ ਦੀ ਗੱਲ ਕਰਦੇ ਹਾਂ ਤਾਂ ਰੂੜੀ ਖਾਦਾਂ ਜੈਵਿਕ ਜਾਂ ਕਾਰਬਨਿਕ ਹੁੰਦੀਆਂ ਹਨ। ਜੈਵਿਕ ਯਾਨੀ ਕਿ ਜੀਵਤ ਚੀਜ਼ਾਂ ਤੋਂ ਮਿਲ ਕੇ ਬਣੀਆਂ ਹੁੰਦੀਆਂ ਨੇ, ਸਜੀਵ ਚੀਜ਼ਾਂ ਤੋਂ ਮਿਲ ਕੇ ਬਣੀਆਂ ਹੁੰਦੀਆਂ ਨੇ। ਸੋ ਬੱਚੇ, ਮੂਵ ਕਰਦੇ ਹਾਂ ਆਪਣੇ ਸੈਕਿੰਡ ਪੁਆਇੰਟ 'ਤੇ। ਸੈਕਿੰਡ ਪੁਆਇੰਟ ਬਹੁਤ ਹੀ ਈਜ਼ੀ ਹੈ। ਸੈਕਿੰਡ ਪੁਆਇੰਟ ਕਹਿੰਦਾ ਹੈ ਕਿ ਰਸਾਇਣਿਕ ਖਾਦਾਂ ਰਸਾਇਣਾਂ ਦੀ ਮਦਦ ਨਾਲ ਬਣਦੀਆਂ ਹਨ। ਰਸਾਇਣ ਕੀ ਹੁੰਦੇ ਨੇ? ਕੈਮੀਕਲਸ। ਠੀਕ ਹੈ, ਕੈਮੀਕਲਸ ਹੁੰਦੇ ਨੇ, ਰਸਾਇਣ ਹੁੰਦੇ ਨੇ, ਦਵਾਈਆਂ ਹੁੰਦੀਆਂ ਨੇ, ਉਹਨਾਂ ਸਾਰੀਆਂ ਨੂੰ ਮਿਲਾ ਕੇ ਰਸਾਇਣਿਕ ਖਾਦਾਂ ਬਣਾਈਆਂ ਜਾਂਦੀਆਂ ਨੇ। ਅਤੇ ਇਸ ਦੇ ਉਲਟ ਜੋ ਰੂੜੀ ਖਾਦਾਂ ਹੁੰਦੀਆਂ ਨੇ, ਹੁਣ ਦੇਖੋ ਇਹ ਕਿਵੇਂ ਬਣਦੀਆਂ ਨੇ। ਰੂੜੀ ਖਾਦਾਂ ਜੰਤੂਆਂ ਜਾਂ ਪੌਦਿਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਨਾਲ ਬਣਦੀਆਂ ਹਨ। ਜੰਤੂਆਂ ਦੇ ਵਿਅਰਥ ਪਦਾਰਥ, ਜਿਵੇਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਦੇਖਦੇ ਹਾਂ ਕਿ ਖੇਤਾਂ ਦੇ ਵਿੱਚ ਜੋ ਪਸ਼ੂਆਂ ਦਾ ਗੋਬਰ ਹੁੰਦਾ ਹੈ ਉਹ ਵੀ ਖੇਤਾਂ ਦੇ ਵਿੱਚ ਪਾਇਆ ਜਾਂਦਾ ਹੈ, ਉਹ ਵੀ ਖਾਦ ਵਾਂਗ ਵਰਤਿਆ ਜਾਂਦਾ ਹੈ। ਅਤੇ ਜੋ ਪੌਦਿਆਂ ਦੇ ਵਿਅਰਥ ਪਦਾਰਥ ਹੁੰਦੇ ਨੇ, ਜੋ ਸਾਡੀ ਕਿਚਨ ਵੇਸਟ ਹੁੰਦਾ ਹੈ, ਜੋ ਸਾਡੇ ਫਲਾਂ ਦੇ ਵੇਸਟ ਹੁੰਦੇ ਨੇ, ਸਾਡੀਆਂ ਸਬਜ਼ੀਆਂ ਦੇ ਵੇਸਟ ਛਿਲਕੇ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਬਾਹਰ ਕਿਸੇ ਜਗ੍ਹਾ 'ਤੇ ਮਿੱਟੀ ਦੇ ਵਿੱਚ ਹੇਠਾਂ ਟੋਆ ਪੁੱਟ ਕੇ ਦੱਬ ਦਿੱਤਾ ਜਾਂਦਾ ਹੈ। ਥੋੜ੍ਹੇ ਦਿਨਾਂ ਬਾਅਦ ਜਦੋਂ ਉਸਨੂੰ ਕੱਢਿਆ ਜਾਂਦਾ ਹੈ ਅਤੇ ਉਹ ਕੀ ਬਣ ਜਾਂਦਾ ਹੈ? ਰੂੜੀ ਖਾਦ। ਵੈਰੀ ਗੁੱਡ, ਉਹ ਰੂੜੀ ਖਾਦ ਬਣ ਜਾਂਦਾ ਹੈ। ਸੋ ਜੋ ਰੂੜੀ ਖਾਦ ਹੈ ਉਹ ਜੰਤੂਆਂ ਅਤੇ ਪੌਦਿਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਨਾਲ ਬਣਦੀਆਂ ਹਨ। ਅਪਘਟਨ ਮਤਲਬ ਹੁੰਦਾ ਕਿ ਉਹਨਾਂ ਦਾ ਗਲ ਜਾਣਾ। ਠੀਕ ਹੈ, ਜਦੋਂ ਜੰਤੂਆਂ ਜਾਂ ਪੌਦਿਆਂ ਦੇ ਵਿਅਰਥ ਪਦਾਰਥ ਗਲ ਜਾਂਦੇ ਹਨ, ਗਲਣ ਦੇ ਨਾਲ ਉਹਨਾਂ ਦੇ ਪੋਸ਼ਕ ਤੱਤ ਬਾਹਰ ਆ ਜਾਂਦੇ ਹਨ, ਅਤੇ ਉਹ ਜੋ ਪੋਸ਼ਕ ਤੱਤ ਜਿਸ ਮਿੱਟੀ ਦੇ ਵਿੱਚ ਜਾ ਕੇ ਮਿਲਦੇ ਹਨ ਉਹ ਮਿੱਟੀ ਸਾਡੀ ਰੂੜੀ ਖਾਦ ਬਣ ਜਾਂਦੀ ਹੈ। ਸੋ ਬੱਚੇ, ਮੂਵ ਕਰਦੇ ਹਾਂ ਥਰਡ ਪੁਆਇੰਟ 'ਤੇ। ਥਰਡ ਪੁਆਇੰਟ, ਜੇਕਰ ਅਸੀਂ ਗੱਲ ਕਰਦੇ ਹਾਂ ਰਸਾਇਣਿਕ ਖਾਦਾਂ ਦੀ, ਤਾਂ ਰਸਾਇਣਿਕ ਖਾਦਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ। ਠੀਕ ਹੈ, ਅੱਜ ਕੱਲ੍ਹ ਚਲੋ ਸਭ ਕੁਛ ਹੀ ਬਹੁਤ ਮਹਿੰਗਾ ਹੋ ਗਿਆ, ਮਹਿੰਗਾਈ ਬਹੁਤ ਵੱਧ ਗਈ ਹੋਈ ਹੈ, ਪਰ ਜੇਕਰ ਅਸੀਂ ਰਸਾਇਣਿਕ ਖਾਦਾਂ ਦੀ ਗੱਲ ਕਰ ਰਹੇ ਹਾਂ ਤਾਂ ਬੱਚੇ, ਰਸਾਇਣਿਕ ਖਾਦਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ। ਮਾਰਕੀਟ ਵਿੱਚੋਂ ਅਸੀਂ ਜਦੋਂ ਇਹਨਾਂ ਨੂੰ ਖਰੀਦਣ ਜਾਂਦੇ ਹਾਂ ਸਾਨੂੰ ਬਹੁਤ ਪੈਸੇ ਇਹਨਾਂ ਦੇ ਲਈ ਪੇ ਕਰਨੇ ਪੈਂਦੇ ਨੇ। ਅਤੇ ਦੂਸਰੇ ਪਾਸੇ ਰੂੜੀ ਖਾਦਾਂ ਸਸਤੀਆਂ ਹੁੰਦੀਆਂ ਨੇ। ਸਸਤੀਆਂ ਕਿਉਂ ਹੁੰਦੀਆਂ ਨੇ? ਕਿਉਂਕਿ ਇਹ ਸਾਨੂੰ ਮਾਰਕੀਟ ਦੇ ਵਿੱਚੋਂ ਖਰੀਦਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਪੈਂਦੀ। ਇਹ ਕਿੱਥੋਂ ਬਣਦੀਆਂ ਨੇ? ਵੈਰੀ ਗੁੱਡ, ਸਾਨੂੰ ਸਭ ਨੂੰ ਪਤਾ ਹੈ ਕਿ ਇਹ ਬਣਦੀਆਂ ਨੇ ਜਾਨਵਰਾਂ ਜਾਂ ਪੌਦਿਆਂ ਦੇ ਵਿਅਰਥ ਪਦਾਰਥਾਂ ਤੋਂ। ਸੋ ਇਹ ਬਹੁਤ ਹੀ ਸਸਤੀਆਂ ਪੈਂਦੀਆਂ ਨੇ ਸਾਨੂੰ। ਕਈ ਵਾਰ ਤਾਂ ਸਾਨੂੰ ਬਿਲਕੁਲ ਵੀ ਪੈਸੇ ਪੇ ਨਹੀਂ ਕਰਨੇ ਪੈਂਦੇ ਇਹਦੇ ਲਈ, ਕਿਉਂਕਿ ਜੋ ਸਾਡੇ ਘਰਾਂ ਦੇ ਵਿੱਚ ਜਾਨਵਰਾਂ ਦੇ ਵੇਸਟ ਪਦਾਰਥ ਹੁੰਦੇ ਨੇ ਅਸੀਂ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਪਾ ਸਕਦੇ ਹਾਂ, ਜਾਂ ਜੋ ਸਾਡੇ ਫਲਾਂ ਦੇ, ਸਬਜ਼ੀਆਂ ਦੇ ਜੋ ਵੇਸਟ ਛਿਲਕੇ ਹੁੰਦੇ ਨੇ ਅਸੀਂ ਉਹਨਾਂ ਤੋਂ ਵੀ ਖਾਦ ਬਣਾ ਸਕਦੇ ਹਾਂ।
ਸੋ ਨੈਕਸਟ ਪੁਆਇੰਟ ਆਪਣਾ ਹੈ, ਉਹਦੇ ਵਿੱਚ ਗੱਲ ਕਰਦੇ ਹਾਂ ਰਸਾਇਣਿਕ ਖਾਦਾਂ ਦੀ। ਰਸਾਇਣਿਕ ਖਾਦਾਂ ਕਿਉਂਕਿ ਬੱਚੇ ਸਾਨੂੰ ਪਤਾ ਹੈ ਕਿ ਰਸਾਇਣਾਂ ਤੋਂ ਬਣਦੀਆਂ ਨੇ, ਅਤੇ ਰਸਾਇਣਾਂ ਤੋਂ ਇਹ ਕਿੱਥੇ ਬਣਦੀਆਂ ਨੇ? ਫੈਕਟਰੀਆਂ ਦੇ ਵਿੱਚ। ਸੋ ਰਸਾਇਣਿਕ ਖਾਦਾਂ ਦਾ ਉਤਪਾਦਨ ਹੁੰਦਾ ਹੈ ਫੈਕਟਰੀਆਂ ਦੇ ਵਿੱਚ। ਦੇਖੋ ਫੈਕਟਰੀਜ਼ ਦੇ ਵਿੱਚ ਜੋ ਵਰਕਰਸ ਨੇ ਉਹ ਰਸਾਇਣਿਕ ਖਾਦ ਬਣਾ ਰਹੇ ਨੇ। ਅਤੇ ਰੂੜੀ ਖਾਦ ਦੇਖੋ ਕਿੱਥੇ ਬਣਦੀ ਹੈ? ਰੂੜੀ ਖਾਦਾਂ ਦਾ ਉਤਪਾਦਨ ਖੇਤਾਂ ਵਿੱਚ ਜਾਂ ਘਰਾਂ ਦੇ ਬਾਹਰ ਖੁੱਲ੍ਹੀ ਥਾਂ ਵਿੱਚ ਹੁੰਦਾ ਹੈ। ਠੀਕ ਹੈ। ਸੋ ਜੋ ਰੂੜੀ ਖਾਦਾਂ ਨੇ ਇਹਨਾਂ ਨੂੰ ਬਣਾਉਣ ਦੇ ਲਈ ਕਿਸੇ ਫੈਕਟਰੀ ਦੀ ਜ਼ਰੂਰਤ ਬਿਲਕੁਲ ਨਹੀਂ ਹੁੰਦੀ। ਰੂੜੀ ਖਾਦਾਂ ਅਸੀਂ ਆਪਣੇ ਘਰਾਂ ਦੇ ਬਾਹਰ ਖੁੱਲ੍ਹੀ ਜਗ੍ਹਾ 'ਤੇ ਬਣਾ ਸਕਦੇ ਹਾਂ। ਰੂੜੀ ਖਾਦਾਂ ਅਸੀਂ ਆਪਣੇ ਘਰਾਂ ਦੇ ਬਾਹਰ ਟੋਆ ਪੁੱਟ ਕੇ, ਟੋਏ ਦੇ ਵਿੱਚ ਅਸੀਂ ਆਪਣੇ ਵੇਸਟ ਪਦਾਰਥਾਂ ਨੂੰ ਪਾ ਕੇ ਉਹਦੇ ਤੋਂ ਖਾਦ ਬਣਾ ਸਕਦੇ ਹਾਂ। ਠੀਕ ਹੈ। ਸੋ ਰੂੜੀ ਖਾਦਾਂ ਅਸੀਂ ਆਪਣੇ ਖੇਤਾਂ ਵਿੱਚ ਜਾਂ ਆਪਣੇ ਘਰਾਂ ਦੇ ਬਾਹਰ ਖੁੱਲ੍ਹੀ ਜਗ੍ਹਾ 'ਤੇ ਕਿਤੇ ਵੀ ਬਣਾ ਸਕਦੇ ਹਾਂ। ਇਹਨਾਂ ਦੇ ਲਈ ਸਾਨੂੰ ਫੈਕਟਰੀਜ਼ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਪੈਂਦੀ। ਨੈਕਸਟ ਪੁਆਇੰਟ ਦੇਖੋ ਕੀ ਕਹਿੰਦਾ ਹੈ? ਕਹਿੰਦਾ ਜੋ ਰਸਾਇਣਿਕ ਖਾਦਾਂ ਨੇ ਉਹਨਾਂ ਨਾਲ ਪੌਦਿਆਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ। ਠੀਕ ਹੈ। ਕਿਉਂਕਿ ਜੋ ਰਸਾਇਣਿਕ ਖਾਦਾਂ ਹੁੰਦੀਆਂ ਨੇ ਬਹੁਤ ਸਾਰੇ ਰਸਾਇਣਾਂ ਤੋਂ ਮਿਲ ਕੇ ਬਣਦੀਆਂ ਨੇ, ਕੈਮੀਕਲਸ ਤੋਂ ਮਿਲ ਕੇ ਬਣਦੀਆਂ ਨੇ, ਅਤੇ ਉਹਨਾਂ ਕੈਮੀਕਲਸ ਦੇ ਵਿੱਚ ਅਜਿਹੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਪੌਦਿਆਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ। ਇਸੇ ਲਈ ਅੱਜ ਕੱਲ੍ਹ ਕਿਸਾਨ ਰਸਾਇਣਿਕ ਖਾਦਾਂ ਨੂੰ ਹੀ ਪ੍ਰੈਫਰ ਕਰਦੇ ਨੇ। ਠੀਕ ਹੈ। ਕਿਉਂਕਿ ਰਸਾਇਣਿਕ ਖਾਦਾਂ ਬਹੁਤ ਜਲਦੀ ਰਿਜ਼ਲਟ ਦਿੰਦੀਆਂ ਨੇ, ਬਹੁਤ ਜਲਦੀ ਦੇ ਨਾਲ ਪੌਦਿਆਂ ਦਾ ਵਾਧਾ ਹੁੰਦਾ ਹੈ, ਅਤੇ ਪੌਦਿਆਂ ਦਾ ਝਾੜ ਵੀ ਬਹੁਤ ਵਧੀਆ ਨਿਕਲਦਾ ਹੈ ਰਸਾਇਣਿਕ ਖਾਦਾਂ ਦੇ ਨਾਲ। ਠੀਕ ਹੈ। ਅਤੇ ਦੂਸਰੇ ਪਾਸੇ ਜੇਕਰ ਅਸੀਂ ਰੂੜੀ ਖਾਦਾਂ ਦੀ ਗੱਲ ਕਰਦੇ ਹਾਂ, ਅਤੇ ਰੂੜੀ ਖਾਦਾਂ ਦੇ ਨਾਲ ਪੌਦਿਆਂ ਦਾ ਵਾਧਾ ਧੀਮੀ ਗਤੀ ਨਾਲ ਹੁੰਦਾ ਹੈ। ਹੁਣ ਦੇਖੋ ਰੂੜੀ ਖਾਦਾਂ, ਵੈਸੇ ਤਾਂ ਅਸੀਂ ਸਾਰੇ ਗੱਲ ਕਰਦੇ ਹਾਂ ਕਿ ਰੂੜੀ ਖਾਦਾਂ ਵਧੀਆ ਹੁੰਦੀਆਂ ਨੇ, ਔਰਗੈਨਿਕ ਖੇਤੀ ਵਧੀਆ ਹੁੰਦੀ ਹੈ, ਪਰ ਹੁੰਦਾ ਕੀ ਹੈ ਕਿ ਰੂੜੀ ਖਾਦਾਂ ਦਾ ਇੱਕ ਸਾਨੂੰ ਡਰੋਬੈਕ ਲੱਗਦਾ ਹੈ, ਸਾਨੂੰ ਕਮੀ ਲੱਗਦੀ ਹੈ ਰੂੜੀ ਖਾਦਾਂ ਦੀ, ਕਿਉਂਕਿ ਰੂੜੀ ਖਾਦਾਂ ਦੇ ਨਾਲ ਪੌਦਿਆਂ ਦਾ ਵਾਧਾ ਹੌਲੀ ਹੁੰਦਾ ਹੈ। ਹੁਣ ਪੌਦਿਆਂ ਦਾ ਵਾਧਾ ਹੌਲੀ ਨਹੀਂ ਹੁੰਦਾ, ਐਕਚੁਅਲੀ ਦੇ ਵਿੱਚ ਪੌਦਿਆਂ ਦਾ ਵਾਧਾ ਨੈਚੁਰਲ ਸਪੀਡ ਨਾਲ ਹੋ ਰਿਹਾ ਹੁੰਦਾ ਹੈ। ਇਸ ਦੇ ਉਲਟ ਜੇਕਰ ਅਸੀਂ ਰਸਾਇਣਿਕ ਖਾਦਾਂ ਦੀ ਗੱਲ ਕਰਦੇ ਹਾਂ, ਅਤੇ ਰਸਾਇਣਿਕ ਖਾਦਾਂ ਦੇ ਵਿੱਚ ਵਾਧਾ ਜ਼ਿਆਦਾ ਤੇਜ਼ੀ ਨਾਲ ਹੁੰਦਾ ਹੈ ਦਵਾਈਆਂ ਦੀ ਵਜ੍ਹਾ ਨਾਲ, ਰਸਾਇਣਾਂ ਦੀ ਵਜ੍ਹਾ ਦੇ ਨਾਲ। ਪਰ ਰੂੜੀ ਖਾਦਾਂ ਦੇ ਵਿੱਚ ਜੋ ਵਾਧਾ ਹੁੰਦਾ ਹੈ, ਸਾਨੂੰ ਲੱਗਦਾ ਹੈ ਕਿ ਰੂੜੀ ਖਾਦਾਂ ਦੇ ਨਾਲ ਪੌਦੇ ਹੌਲੀ ਵੱਧ ਰਹੇ ਨੇ, ਪੌਦਿਆਂ ਨੂੰ ਫਲ ਹੌਲੀ ਪੈ ਰਿਹਾ ਹੈ, ਪਰ ਐਕਚੁਅਲੀ ਦੇ ਵਿੱਚ ਉਹ ਨੈਚੁਰਲ ਸਪੀਡ ਹੁੰਦੀ ਹੈ। ਨੈਚੁਰਲ ਸਪੀਡ ਦੇ ਨਾਲ ਪੌਦੇ ਆਪਣੀ ਹੀ ਗਤੀ ਨਾਲ ਵੱਧਦੇ ਨੇ, ਆਪਣੇ ਸਹੀ ਟਾਈਮ ਦੇ ਨਾਲ ਫਲ ਦਿੰਦੇ ਨੇ, ਅਤੇ ਜੋ ਫਲ ਰੂੜੀ ਖਾਦ ਦੇ ਨਾਲ ਪੌਦਿਆਂ ਨੂੰ ਲੱਗਦੇ ਨੇ ਉਹ ਪੂਰੀ ਤਰ੍ਹਾਂ ਨਾਲ ਹੈਲਦੀ ਹੁੰਦੇ ਨੇ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ। ਨੈਕਸਟ ਬੱਚੇ, ਰਸਾਇਣਿਕ ਖਾਦਾਂ ਭੂਮੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ। ਠੀਕ ਹੈ। ਰਸਾਇਣਿਕ ਖਾਦਾਂ ਨੋ ਡਾਊਟ ਅਸੀਂ ਪ੍ਰੈਫਰ ਕਰਦੇ ਹਾਂ, ਸਾਡੇ ਪੌਦੇ ਬਹੁਤ ਜਲਦੀ ਨਾਲ ਵੱਧਦੇ ਨੇ ਰਸਾਇਣਿਕ ਖਾਦਾਂ ਦੇ ਨਾਲ, ਪਰ ਕਮੀ ਇੱਥੇ ਇਹ ਰਹਿ ਜਾਂਦੀ ਹੈ ਕਿ ਰਸਾਇਣਿਕ ਖਾਦਾਂ ਸਾਡੀ ਭੂਮੀ ਨੂੰ ਮੱਲੜ ਪ੍ਰਦਾਨ ਬਿਲਕੁਲ ਵੀ ਨਹੀਂ ਕਰਦੀਆਂ। ਠੀਕ ਹੈ। ਐਕਚੁਅਲੀ ਦੇ ਵਿੱਚ ਰਸਾਇਣਿਕ ਖਾਦਾਂ ਅਸੀਂ ਜਦੋਂ ਖੇਤਾਂ ਦੇ ਵਿੱਚ ਪਾਉਂਦੇ ਹਾਂ, ਅਤੇ ਸਾਡੇ ਪੌਦਿਆਂ ਨੂੰ ਰਸਾਇਣਿਕ ਖਾਦਾਂ ਦਾ ਅਸਰ ਬਹੁਤ ਵਧੀਆ ਹੁੰਦਾ ਹੈ। ਠੀਕ ਹੈ। ਬੜੇ ਵਧੀਆ ਤਰੀਕੇ ਦੇ ਨਾਲ ਪੌਦੇ ਵੱਧਦੇ ਨੇ, ਜਲਦੀ ਨਾਲ ਵੱਧਦੇ ਨੇ, ਪੌਦਿਆਂ ਦਾ ਝਾੜ ਵਧੀਆ ਹੁੰਦਾ ਹੈ, ਅਨਾਜ ਜੋ ਸਾਨੂੰ ਬਾਅਦ 'ਚ ਮਿਲਦਾ ਹੈ ਬਹੁਤ ਵਧੀਆ ਮਿਲਦਾ ਹੈ। ਪਰ ਨੁਕਸਾਨ ਹੁੰਦਾ ਹੈ ਸਾਡੀ ਮਿੱਟੀ ਨੂੰ, ਕਿਉਂਕਿ ਰਸਾਇਣ ਹੁੰਦੇ ਨੇ, ਕੈਮੀਕਲਸ ਹੁੰਦੇ ਨੇ, ਉਹ ਜੋ ਕੈਮੀਕਲਸ ਜਾ ਕੇ ਸਾਡੀ ਮਿੱਟੀ ਵਿੱਚ ਮਿਲਦੇ ਨੇ, ਉਹਦੇ ਨਾਲ ਜੋ ਸਾਡੀ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਹੁੰਦੀ ਹੈ ਉਹ ਬਿਲਕੁਲ ਘੱਟ ਜਾਂਦੀ ਹੈ। ਇਸ ਲਈ ਕਿਤੇ ਨਾ ਕਿਤੇ ਸਾਨੂੰ ਰਸਾਇਣਿਕ ਖਾਦਾਂ ਨੂੰ ਇੰਨੀ ਪਹਿਲ ਨਹੀਂ ਦੇਣੀ ਚਾਹੀਦੀ। ਠੀਕ ਹੈ। ਕਿਉਂਕਿ ਇਹ ਸਾਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ। ਦੂਸਰੇ ਪਾਸੇ ਅਸੀਂ ਰੂੜੀ ਖਾਦ ਦੀ ਗੱਲ ਕਰਦੇ ਹਾਂ, ਅਤੇ ਰੂੜੀ ਖਾਦ ਸਾਡੀ ਮਿੱਟੀ ਨੂੰ ਭਰਪੂਰ ਮਾਤਰਾ ਵਿੱਚ ਮੱਲੜ ਦਿੰਦੀ ਹੈ। ਮੱਲੜ ਨਾਲ ਕੀ ਹੁੰਦਾ ਹੈ ਕਿ ਜੋ ਸਾਡੀ ਮਿੱਟੀ ਹੁੰਦੀ ਹੈ ਉਹ ਕੁਦਰਤੀ ਤੌਰ 'ਤੇ ਉਪਜਾਊ ਹੋ ਜਾਂਦੀ ਹੈ, ਅਤੇ ਮਿੱਟੀ ਹੈਲਦੀ ਹੁੰਦੀ ਹੈ। ਜੇਕਰ ਮਿੱਟੀ ਹੈਲਦੀ ਹੋਏਗੀ ਤਾਂ ਉਹਦੇ ਨਾਲ ਕੀ ਹੋਏਗਾ? ਸਾਡੇ ਪੌਦੇ ਵੀ ਹੈਲਦੀ ਹੋਣਗੇ, ਅਤੇ ਜੇਕਰ ਸਾਡੇ ਪੌਦੇ ਹੈਲਦੀ ਹੋਣਗੇ ਤਾਂ ਸਾਨੂੰ ਅਨਾਜ ਦਾ ਝਾੜ ਵੀ ਵਧੀਆ ਮਿਲੇਗਾ। ਨੈਕਸਟ ਪੁਆਇੰਟ ਦੇਖੋ, ਅਸੀਂ ਸਾਰੇ ਆਪਣੀ ਸਰਾਊਂਡਿੰਗ ਵਿੱਚ ਇਹ ਪੁਆਇੰਟ ਨੂੰ ਨੋਰਮਲੀ ਦੇਖਦੇ ਹਾਂ। ਇਹ ਡਿਫਰੈਂਸ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ। ਕਹਿੰਦੇ ਕਿ ਰਸਾਇਣਿਕ ਖਾਦਾਂ ਜ਼ਿਆਦਾਤਰ ਫਸਲ ਬੀਜਣ ਤੋਂ ਬਾਅਦ ਖੇਤਾਂ ਵਿੱਚ ਪਾਈਆਂ ਜਾਂਦੀਆਂ ਨੇ। ਠੀਕ ਹੈ। ਫਸਲ ਬੀਜਣ ਤੋਂ ਬਾਅਦ ਦੇਖੋ ਕਿਵੇਂ, ਜੋ ਇਹ ਤੁਹਾਨੂੰ ਪਿਕਚਰ ਦੇ ਵਿੱਚ ਸ਼ੋ ਹੋ ਰਿਹਾ ਹੈ ਕਿ ਫਸਲ ਬੀਜੀ ਹੋਈ ਹੈ, ਝੋਨਾ ਬੀਜਿਆ ਹੋਇਆ, ਅਤੇ ਬੀਜੇ ਹੋਏ ਝੋਨੇ ਦੇ ਉੱਪਰ ਕਿਸਾਨ ਖਾਦ ਨੂੰ ਪਾ ਰਿਹਾ ਹੈ ਪੈਲੀ ਦੇ ਵਿੱਚ।
ਠੀਕ ਹੈ। ਸੋ ਜਿਹੜੀ ਰਸਾਇਣਿਕ ਖਾਦ ਹੁੰਦੀ ਹੈ ਫਸਲ ਬੀਜਣ ਤੋਂ ਬਾਅਦ ਪਾਈ ਜਾਂਦੀ ਹੈ। ਜਦੋਂ ਫਸਲ ਖੇਤ ਵਿੱਚ ਬੀਜ ਦਿੱਤੀ ਜਾਂਦੀ ਹੈ ਫਿਰ ਫਸਲ ਬੀਜਣ ਤੋਂ ਬਾਅਦ ਜਿਹੜੀ ਖਾਦ ਹੈ ਉਹ ਖੇਤਾਂ ਦੇ ਵਿੱਚ ਸਪਰੇਅ ਕੀਤੀ ਜਾਂਦੀ ਹੈ, ਖੇਤਾਂ ਦੇ ਵਿੱਚ ਸਪਰਿੰਕਲ ਕੀਤੀ ਜਾਂਦੀ ਹੈ। ਠੀਕ ਹੈ। ਅਤੇ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਰੂੜੀ ਖਾਦ ਦੀ, ਅਤੇ ਰੂੜੀ ਖਾਦ ਬੱਚੇ ਫਸਲ ਬੀਜਣ ਤੋਂ ਪਹਿਲਾਂ ਹੀ ਖੇਤਾਂ ਵਿੱਚ ਪਾ ਦਿੱਤੀ ਜਾਂਦੀ ਹੈ। ਜਦੋਂ ਇੱਕ ਵਾਰੀ ਫਸਲ ਵੱਢੀ ਜਾਂਦੀ ਹੈ, ਸਪੋਜ਼ ਕਰੋ ਕਿ ਕਣਕ ਵੱਢ ਦਿੱਤੀ ਹੈ, ਕਣਕ ਵੱਢਣ ਤੋਂ ਬਾਅਦ ਜਦੋਂ ਖੇਤ ਖਾਲੀ ਹੁੰਦਾ ਹੈ ਉਦੋਂ ਖੇਤ ਦੇ ਵਿੱਚ ਰੂੜੀ ਖਾਦ ਜਿਹੜੀ ਹੈ ਉਹ ਪਾ ਦਿੱਤੀ ਜਾਂਦੀ ਹੈ। ਅਤੇ ਰੂੜੀ ਖਾਦ ਪਾ ਕੇ ਭੂਮੀ ਨੂੰ ਵਧੀਆ ਤਰੀਕੇ ਨਾਲ ਤਿਆਰ ਕਰ ਲਿਆ ਜਾਂਦਾ ਹੈ, ਪੈਲੀ ਨੂੰ ਵਾਹ ਲਿਆ ਜਾਂਦਾ ਹੈ ਅਤੇ ਵਾਹੁਣ ਤੋਂ ਬਾਅਦ ਸਾਡੀ ਜ਼ਮੀਨ ਪੂਰੇ ਸਹੀ ਤਰੀਕੇ ਨਾਲ ਰੈਡੀ ਹੋ ਜਾਂਦੀ ਹੈ ਅਤੇ ਫਿਰ ਉੱਥੇ ਅਸੀਂ ਅਗਲੀ ਫਸਲ ਜਿਹੜੀ ਹੈ ਉਹ ਬੀਜ ਦਿੰਦੇ ਹਾਂ। ਸੋ ਰੂੜੀ ਖਾਦ ਜਿਹੜੀ ਹੁੰਦੀ ਹੈ ਜ਼ਿਆਦਾਤਰ ਫਸਲ ਬੀਜਣ ਤੋਂ ਪਹਿਲਾਂ ਹੀ ਖੇਤਾਂ ਦੇ ਵਿੱਚ ਪਾ ਲਈ ਜਾਂਦੀ ਹੈ। ਨੈਕਸਟ ਪੁਆਇੰਟ 'ਤੇ ਅਸੀਂ ਗੱਲ ਕਰਦੇ ਹਾਂ, ਕਹਿੰਦੇ ਕਿ ਰਸਾਇਣਿਕ ਖਾਦਾਂ ਵਿੱਚ ਪੋਸ਼ਕ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ। ਠੀਕ ਹੈ। ਜੋ ਰਸਾਇਣਿਕ ਖਾਦਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਮਾਤਰਾ ਵਿੱਚ ਪੋਸ਼ਕ ਤੱਤ ਹੁੰਦੇ ਨੇ ਕਿਉਂਕਿ ਨਕਲੀ ਤੌਰ 'ਤੇ ਪੋਸ਼ਕ ਤੱਤ ਮਿਲਾਏ ਜਾਂਦੇ ਨੇ। ਸੋ ਰਸਾਇਣਿਕ ਖਾਦਾਂ ਦੇ ਵਿੱਚ ਪੋਸ਼ਕ ਤੱਤ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਨੇ ਅਤੇ ਰੂੜੀ ਖਾਦਾਂ ਦੇ ਵਿੱਚ ਪੋਸ਼ਕ ਤੱਤ ਘੱਟ ਮਾਤਰਾ ਵਿੱਚ ਹੁੰਦੇ ਨੇ। ਬਹੁਤ ਘੱਟ ਮਾਤਰਾ ਵਿੱਚ ਨਹੀਂ ਹੁੰਦੇ ਪਰ ਬੱਚੇ ਰਸਾਇਣਿਕ ਖਾਦਾਂ ਨਾਲੋਂ ਘੱਟ ਮਾਤਰਾ ਵਿੱਚ ਹੁੰਦੇ ਨੇ। ਠੀਕ ਹੈ। ਜੋ ਰੂੜੀ ਖਾਦਾਂ ਦੇ ਵਿਚਲੇ ਪੋਸ਼ਕ ਤੱਤ ਨੇ ਰਸਾਇਣਿਕ ਖਾਦਾਂ ਦੇ ਕੰਪੈਰੇਟਿਵਲੀ ਘੱਟ ਹੁੰਦੇ ਨੇ। ਵੈਸੇ ਤਾਂ ਬਹੁਤ ਹੁੰਦੇ ਨੇ ਪਰ ਰਸਾਇਣਿਕ ਖਾਦਾਂ ਦੇ ਕੰਪੈਰੇਟਿਵਲੀ ਕਿਤੇ ਨਾ ਕਿਤੇ ਪੋਸ਼ਕ ਤੱਤ ਰੂੜੀ ਖਾਦਾਂ ਦੇ ਵਿੱਚ ਘੱਟ ਹੁੰਦੇ ਨੇ। ਠੀਕ ਹੈ। ਸੋ ਬੱਚੇ ਇਹ ਸੀਗੇ ਡਿਫਰੈਂਸ ਸਾਡੇ ਰੂੜੀ ਖਾਦਾਂ ਦੇ ਅਤੇ ਰਸਾਇਣਿਕ ਖਾਦਾਂ ਦੇ। ਥੈਂਕ ਯੂ ਸੋ ਮਚ। ਆਈ ਹੋਪ ਕਿ ਵੀਡੀਓ ਤੋਂ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ। ਥੈਂਕ ਯੂ ਸੋ ਮਚ ਫॉर ਵਾਚਿੰਗ।